ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖਦੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰਨ ਜਾ ਰਹੇ ਹਾਂ 5ਵੀਂ ਜਮਾਤ ਦੀ ਕਿਤਾਬ ਸਵਾਗਤ ਜ਼ਿੰਦਗੀ ਦਾ 6ਵਾਂ ਪਾਠ ਜਿਹਦਾ ਨਾਮ ਹੈ ਸਭ ਦਾ ਬਰਾਬਰ ਸਤਿਕਾਰ। ਇਹਦਾ ਮਤਲਬ ਇਹ ਹੈਗਾ ਵੀ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਕੋਈ ਵੀ ਕਲਾਕਾਰ ਵੱਡਾ ਜਾਂ ਛੋਟਾ ਨਹੀਂ ਹੁੰਦਾ, ਸਾਰਿਆਂ ਦੀ ਬਰਾਬਰ ਇੱਜ਼ਤ ਕਰਨੀ ਚਾਹੀਦੀ ਹੈ, ਮਾਣ ਸਾਰਿਆਂ ਨੂੰ ਬਰਾਬਰ ਦਾ ਦੇਣਾ ਚਾਹੀਦਾ ਹੈ। ਊੜਾ ਸਮਾਜਕ ਮੇਲ ਜੋਲ। ਦੇਖੋ ਬੱਚਿਓ, ਆਪਾਂ ਸਮਾਜ ਵਿੱਚ ਰਹਿਣ ਵਾਲੇ ਲੋਕ ਹੈਗੇ ਆ ਤੇ ਸਮਾਜਕ ਮੇਲ ਜੋਲ ਦੇ ਵਿੱਚ ਇਹ ਦੱਸਿਆ ਗਿਆ ਹੈ ਵੀ ਸਾਨੂੰ ਦੂਜੇ ਲੋਕਾਂ ਦੀ ਲੋੜ ਪੈਂਦੀ ਹੈ। ਉਹ ਜੋ ਵੀ ਕੰਮ ਕਰਦੇ ਨੇ ਉਹਨਾਂ ਦੀ ਵੀ ਲੋੜ ਪੈਂਦੀ ਹੀ ਪੈਂਦੀ ਹੈ, ਉਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਤਾਂ ਇਹ ਧਿਆਨ ਰੱਖਿਓ ਵੀ ਕੋਈ ਵੀ ਕੰਮ ਕਦੇ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ। ਲੋਕ ਕਿੱਤਾਕਾਰ ਦੀਆਂ ਤਸਵੀਰਾਂ, ਕਲਾਕਾਰਾਂ ਦੀਆਂ ਤਸਵੀਰਾਂ, ਜੋ ਵੀ ਕੋਈ ਹੁਨਰ ਰੱਖਦਾ ਉਹਨੂੰ ਆਪਾਂ ਕਲਾਕਾਰ ਕਹਿ ਸਕਦੇ ਹਾਂ। ਜਿਵੇਂ ਲੋਹੇ ਦਾ ਕੰਮ ਕਰਨ ਵਾਲਾ ਹੋ ਗਿਆ ਲੁਹਾਰ, ਮਿੱਟੀ ਦੇ ਭਾਂਡੇ ਬਣਾਉਣ ਵਾਲਾ ਘੁਮਿਆਰ ਕਹਿੰਦੇ ਨੇ, ਖੇਤੀ ਕਰਨ ਵਾਲਾ ਕਿਸਾਨ, ਦਾਣੇ ਭੁੰਨਣ ਵਾਲੀ ਪਠਿਆਰਨ, ਸੋਨੇ ਚਾਂਦੀ ਦੇ ਗਹਿਣੇ ਬਣਾਉਣ ਵਾਲਾ ਸੁਨਿਆਰ ਹੁੰਦਾ ਹੈ ਤੇ ਜੁੱਤੀ ਬਣਾਉਣ ਵਾਲਾ ਮੋਚੀ ਕਹਿਲਾਉਂਦਾ ਹੈ। ਠੀਕ ਹੈ ਬੱਚੋ, ਸਾਰੇ ਕਲਾਕਾਰ ਨੇ ਆਪਣੇ ਆਪਣੇ ਹੁਨਰ ਦੇ। ਤੇ ਇੱਥੇ ਹੈਗੇ ਲੱਕੜੀ ਦਾ ਕੰਮ ਕਰਨ ਵਾਲਾ, ਉਹਨੂੰ ਆਪਾਂ ਕਹਿੰਦੇ ਆ ਤਰਖਾਣ। ਇੱਥੇ ਦਿੱਤਾ ਗਿਆ ਅਭਿਆਸ, ਪਹਿਲਾ ਸਹੀ ਮਿਲਾਨ ਕਰੋ। ਜਿਵੇਂ ਇੱਥੇ ਕੀਤਾ ਹੋਇਆ ਲੱਕੜੀ ਦਾ ਕੰਮ ਕਰਨ ਵਾਲਾ, ਉਹਨੂੰ ਆਪਾਂ ਕਹਿੰਦੇ ਆ ਤਰਖਾਣ। ਜੁੱਤੀਆਂ ਬਣਾਉਣ ਵਾਲੇ ਨੂੰ ਆਪਾਂ ਕਹਿੰਦੇ ਹੈਗੇ ਆ ਮੋਚੀ। ਸੋਨੇ ਚਾਂਦੀ ਦਾ ਕੰਮ ਕਰਨ ਵਾਲੇ ਨੂੰ ਆਪਾਂ ਕਹਿੰਦੇ ਆ ਸੁਨਿਆਰ। ਲੋਹੇ ਦਾ ਕੰਮ ਕਰਨ ਵਾਲਾ ਲੁਹਾਰ। ਖੇਤੀ ਕਰਨ ਵਾਲਾ ਕਿਸਾਨ ਤੇ ਦਾਣੇ ਭੁੰਨਣ ਵਾਲੀ ਨੂੰ ਕਿਹਾ ਜਾਂਦਾ ਹੈ ਪਠਿਆਰਨ। ਆ ਦੇਖੋ, ਭੱਠੀ 'ਚ ਜੋ ਕੰਮ ਕਰਦੇ ਨੇ। ਹੁਣ ਇੱਥੇ ਦਿੱਤਾ ਹੋਇਆ ਦੂਜਾ ਅਭਿਆਸ। ਅਧਿਆਪਕ ਵਿਦਿਆਰਥੀਆਂ ਨੂੰ ਦੱਸੇਗਾ ਕਿ ਕਿਸ ਤਰ੍ਹਾਂ ਵੱਖ-ਵੱਖ ਧੰਦਿਆਂ ਦਾ ਜਨਮ ਹੋਇਆ ਹੈ। ਇਹ ਸਾਰੇ ਧੰਦੇ ਕਿਸ ਤਰ੍ਹਾਂ ਸਮਾਜਕ ਲੋੜ ਵਿੱਚੋਂ ਪੈਦਾ ਹੋਏ ਹਨ। ਕੋਈ ਵੀ ਧੰਦਾ ਚੰਗਾ ਮਾੜਾ ਨਹੀਂ ਹੁੰਦਾ, ਸਾਰੇ ਧੰਦਿਆਂ ਦਾ ਆਪਸ 'ਚ ਗੂੜਾ ਸੰਬੰਧ ਹੁੰਦਾ ਹੈ। ਲੋਕ ਕਿੱਤਾਕਾਰ ਲੋਕ ਕਲਾਕਾਰ ਵੀ ਹੁੰਦੇ ਹਨ, ਕਿਉਂਕਿ ਇਹ ਸਾਰੇ ਕੰਮ ਕਰਦੇ ਨੇ, ਕਲਾਕਾਰ ਹੋ ਗਏ ਨਾ। ਤੇ ਹਰ ਲੋਕ ਕਿੱਤੇ ਦੀ ਕੋਈ ਨਾ ਕੋਈ ਮੁੱਲ ਸਮੱਗਰੀ ਹੁੰਦੀ ਹੈ। ਨਵੀਆਂ ਲੋੜਾਂ ਅਨੁਸਾਰ ਮਨੁੱਖੀ ਸਮਾਜ ਵਿੱਚ ਹਜ਼ਾਰਾਂ ਤਰ੍ਹਾਂ ਦੇ ਨਵੇਂ ਧੰਦੇ ਆ ਗਏ ਹਨ ਅਤੇ ਆ ਰਹੇ ਹਨ। ਤੇ ਬੱਚਿਓ, ਕੋਈ ਵੀ ਕੰਮ, ਕੋਈ ਵੀ ਧੰਦਾ ਛੋਟਾ ਜਾਂ ਵੱਡਾ ਨਹੀਂ ਹੁੰਦਾ। ਜਿਵੇਂ ਜਿਵੇਂ ਆਪਣੀਆਂ ਲੋੜਾਂ ਵੱਧਦੀਆਂ ਜਾਂਦੀਆਂ ਨੇ, ਉਵੇਂ ਉਵੇਂ ਹੋਰ ਕੰਮ ਆਉਂਦੇ ਰਹਿੰਦੇ ਨੇ ਤੇ ਹੋਰ ਲੋਕ ਉਸ ਕੰਮ ਨੂੰ ਕਰਨਾ ਸ਼ੁਰੂ ਕਰ ਦਿੰਦੇ ਨੇ। ਹੁਣ ਆਪਾਂ ਤਰੱਕੀ ਕਰ ਰਹੇ ਹਾਂ ਤਾਂ ਉਸ ਅਨੁਸਾਰ ਬਾਕੀ ਲੋਕ ਵੀ ਤਰੱਕੀ ਕਰਨਗੇ, ਹੋਰ ਹੋਰ ਕੰਮ ਕਰਨਗੇ। ਤੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ, ਇਹਨਾਂ ਨੂੰ ਲੋਕ ਕਿੱਤਾਕਾਰ ਵੀ ਕਹੀਦਾ ਤੇ ਕਲਾਕਾਰ ਵੀ ਕਹੀਦਾ। ਤੇ ਸਮਾਜਕ ਲੋੜਾਂ ਕਰਕੇ ਇਹ ਪੈਦਾ ਹੋਏ ਨੇ। ਇਹਨਾਂ ਨੇ ਇੱਕ ਹੁਨਰ ਸਿੱਖਿਆ ਹੈ, ਕਲਾ ਸਿੱਖੀ ਹੈ, ਤਾਂ ਜੋ ਇਹ ਸਮਾਜ ਵਿੱਚ ਆਪਣਾ ਯੋਗਦਾਨ ਦੇ ਸਕਣ, ਲੋਕਾਂ ਦੀ ਮਦਦ ਕਰ ਸਕਣ। ਤੀਜਾ ਅਭਿਆਸ। ਹਰੇਕ ਲੋਕ ਧੰਦੇ ਦੀ ਕੋਈ ਨਾ ਕੋਈ ਮੁੱਲ ਸਮੱਗਰੀ ਹੁੰਦੀ ਹੈ, ਕੋਈ ਨਾ ਕੋਈ ਚੀਜ਼ ਤਾਂ ਚਾਹੀਦੀ ਹੁੰਦੀ ਹੈ ਕੰਮ ਕਰਨ ਲਈ। ਅਧਿਆਪਕ ਵਿਦਿਆਰਥੀਆਂ ਕੋਲੋਂ ਮੁੱਲ ਸਮੱਗਰੀ ਸੰਬੰਧਿਤ ਪ੍ਰਸ਼ਨ ਪੁੱਛੇਗਾ ਤੇ ਖਾਲੀ ਥਾਵਾਂ ਭਰਨ ਨੂੰ ਕਹੇਗਾ। ਤੇ ਇੱਥੇ ਬੱਚਿਓ, ਆ ਦੇਖੋ, ਲੋਕ ਧੰਦਾ ਜਿਹੜਾ ਕੰਮ ਹੁੰਦਾ ਹੈ ਉਹਦੇ ਬਾਰੇ ਗੱਲ ਕੀਤੀ ਗਈ ਹੈ ਤੇ ਇੱਥੇ ਲਿਖੀ ਹੋਈ ਹੈ ਸਮੱਗਰੀ। ਕੀ ਕੀ ਸਮਾਨ ਸਾਨੂੰ ਚਾਹੀਦਾ ਹੁੰਦਾ ਕੋਈ ਵੀ ਕੰਮ ਕਰਨ ਲਈ, ਉਹ ਆਪਾਂ ਇੱਥੇ ਲਿਖਾਂਗੇ। ਜਿਵੇਂ ਮੰਨ ਲਓ ਆਪਾਂ ਗੱਲ ਕਰੀਏ ਤਰਖਾਣਾ ਕੰਮ, ਜੋ ਤਰਖਾਣ ਦਾ ਕੰਮ ਕਰਦਾ ਹੈ ਉਹਨੂੰ ਚਾਹੀਦੀ ਹੁੰਦੀ ਹੈ ਸਮੱਗਰੀ ਲੱਕੜੀ ਦੀ। ਲੋਹਾਰ ਦਾ ਕੰਮ ਕਰਨ ਵਾਲੇ ਨੂੰ ਚਾਹੀਦਾ ਹੁੰਦਾ ਹੈ ਲੋਹਾ। ਸੁਨਿਆਰ ਨੂੰ ਚਾਹੀਦਾ ਹੈ ਸੋਨਾ ਜਾਂ ਚਾਂਦੀ, ਤਾਂ ਜੋ ਇਹਦੀ ਵਰਤੋਂ ਕਰਕੇ ਉਹ ਗਹਿਣੇ ਬਣਾ ਸਕੇ। ਜੁੱਤੀਆਂ ਬਣਾਉਣ ਵਾਲੇ ਨੂੰ ਚਾਹੀਦਾ ਹੁੰਦਾ ਹੈ ਚਮੜਾ। ਠੀਕ ਹੈ ਬੱਚੋ। ਐੜਾ ਅਸੀਂ ਸਭ ਬਰਾਬਰ ਹਾਂ। ਹੁਣ ਆਪਾਂ ਕਿਵੇਂ ਬਰਾਬਰ ਹਾਂ, ਮਨੁੱਖੀ ਜੀਵਨ ਕਿਵੇਂ ਅੱਗੇ ਵਧਿਆ ਹੈਗਾ, ਉਹ ਆਪਾਂ ਇੱਥੇ ਪੜਾਂਗੇ। ਮਨੁੱਖ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ, ਕਿਵੇਂ ਅੱਗੇ ਵਧਿਆ, ਜੰਗਲ ਤੋਂ ਸਮਾਜ ਤੱਕ। ਪਹਿਲਾਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ
ਤੇ ਉਹ ਸਮਾਜ ਤੱਕ ਕਿਵੇਂ ਤੇ ਕਿੰਜ ਪਹੁੰਚਿਆ, ਕੀ ਕਹਾਣੀ ਸੀ, ਉਹ ਹੁਣ ਆਪਾਂ ਪੜਨ ਜਾ ਰਹੇ ਹਾਂ। ਮਨੁੱਖ ਨੂੰ ਪਸ਼ੂ ਤੋਂ ਸਮਾਜ ਪਸ਼ੂ ਬਣਨ ਲਈ ਕਰੋੜਾਂ ਸਾਲ ਲੱਗ ਗਏ। ਪਹਿਲਾਂ ਮਨੁੱਖ ਇੱਕ ਪਸ਼ੂ ਸੀ, ਇੱਕ ਜਾਨਵਰ ਵਰਗਾ ਸੀ, ਉਹਨੂੰ ਕੋਈ ਅਕਲ ਨਹੀਂ ਸੀ, ਜੰਗਲਾਂ ਵਿੱਚ ਰਹਿੰਦਾ ਸੀ, ਤੇ ਹੁਣ ਇੱਕ ਸਮਾਜਕ ਪਸ਼ੂ ਬਣ ਗਿਆ, ਇੱਕ ਇਨਸਾਨ ਬਣ ਗਿਆ ਹੈ ਜਿਹਨੂੰ ਅਕਲ ਆ ਗਈ ਹੈ। ਪਰ ਇਹਦੇ ਬਦਲਾਵ ਦੇ ਵਿੱਚ ਬਹੁਤ ਸਮੇਂ ਲੱਗਿਆ, ਕਰੋੜਾਂ ਸਾਲ ਲੱਗ ਗਏ। ਆਰੰਭ ਚ ਚੁਫੇਰੇ ਜੰਗਲ ਹੀ ਜੰਗਲ ਸਨ। ਤਾਂ ਪਹਿਲਾਂ ਸ਼ੁਰੂਆਤ ਚ ਹਰ ਪਾਸੇ ਜੰਗਲ ਹੀ ਜੰਗਲ ਸਨ। ਮਨੁੱਖ ਨਿੱਕੇ ਨਿੱਕੇ ਕਬੀਲਿਆਂ ਦੀ ਸ਼ਕਲ ਚ ਵਸਦੇ ਸਨ ਤੇ ਮਨੁੱਖ ਆ ਦੇਖੋ ਕਬੀਲੇ ਛੋਟੇ ਜਿਹੇ ਲੋਕ ਇਕੱਠੇ ਹੋ ਕੇ ਰਹਿੰਦੇ ਸਨ। ਉਹ ਗੁਫਾਵਾਂ ਅਤੇ ਦਰਖਤਾਂ ਉੱਤੇ ਰਹਿੰਦੇ ਸਨ। ਰਹਿਣ ਲਈ ਘਰ ਨਹੀਂ ਸਨ ਪਹਿਲਾਂ, ਤੇ ਉਹ ਗੁਫਾਵਾਂ ਵਿੱਚ ਜਾਂ ਫਿਰ ਦਰਖਤਾਂ ਉੱਤੇ ਰਹਿੰਦੇ ਸਨ। ਉਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਸੀ, ਘਰ ਥੋੜੀ ਹੁੰਦੇ ਸੀ ਪਹਿਲਾਂ। ਰੁੱਤਾਂ ਬਦਲਦੀਆਂ ਤਾਂ ਉਹ ਰਹਿਣ ਵਾਲੀ ਥਾਂ ਵੀ ਬਦਲ ਲੈਂਦੇ। ਹੁਣ ਜਿਵੇਂ ਜਿਵੇਂ ਰੁੱਤ ਮੌਸਮ ਬਦਲਦੇ ਉਵੇਂ ਉਵੇਂ ਆਪਣਾ ਰਹਿਣ ਦਾ ਟਿਕਾਣਾ ਵੀ ਬਦਲ ਲੈਂਦੇ ਸਨ। ਉਹਨਾਂ ਕੋਲ ਪਹਿਨਣ ਲਈ ਕੱਪੜਾ ਨਹੀਂ ਸੀ ਹੁੰਦਾ, ਕਦੇ ਵੀ ਪਹਿਲਾਂ ਕੱਪੜੇ ਤਾਂ ਹੁੰਦੇ ਹੀ ਨਹੀਂ ਸੀ। ਉਹ ਪੱਥਰ ਦੇ ਔਜ਼ਾਰਾਂ ਨਾਲ ਜਾਨਵਰਾਂ ਦਾ ਸ਼ਿਕਾਰ ਕਰਦੇ, ਉਹਨਾਂ ਦਾ ਮਾਸ ਖਾ ਲੈਂਦੇ ਤੇ ਖਲ ਨੂੰ ਸੁਕਾ ਕੇ ਆਪਣੇ ਸਰੀਰ ਉੱਤੇ ਲੈ ਲੈਂਦੇ। ਤਾਂ ਉਹ ਕੀ ਕਰਦੇ ਸੀ, ਪੱਥਰਾਂ ਨਾਲ ਸ਼ਿਕਾਰ ਕਰਦੇ ਸਨ, ਕਿਉਂਕਿ ਔਜ਼ਾਰ ਵੀ ਨਹੀਂ ਸਨ। ਜਾਨਵਰਾਂ ਨੂੰ ਮਾਰ ਕੇ ਏਦਾਂ ਹੀ ਖਾ ਲੈਂਦੇ ਸਨ, ਪਕਾਉਂਦੇ ਵੀ ਨਹੀਂ ਸੀ, ਕਿਉਂਕਿ ਅੱਗ ਵੀ ਨਹੀਂ ਪਤਾ ਸੀ ਉਹਨਾਂ ਨੂੰ ਕੀ ਹੁੰਦੀ ਹੈ। ਤੇ ਬਾਕੀ ਦਾ ਸਮਾਨ ਉਹ ਸੁਕਾ ਕੇ ਆਪਣੇ ਪਿੰਡੇ ਤੇ ਪਾ ਲੈਂਦੇ ਸੀ। ਅੱਗੇ ਗੱਲ ਕਰਦੇ ਹਾਂ, ਜਦੋਂ ਕਦੇ ਅਸਮਾਨੀ ਬਿਜਲੀ ਨਾਲ ਜੰਗਲ 'ਚ ਅੱਗ ਲੱਗਦੀ ਤਾਂ ਉਹ ਬਹੁਤ ਡਰ ਜਾਂਦੇ। ਆ ਦੇਖੋ, ਜਦ ਬਿਜਲੀ ਗਿਰਦੀ ਤਾਂ ਉਹ ਬਹੁਤ ਡਰ ਜਾਂਦੇ। ਉਹਨਾਂ ਨੂੰ ਕਿਹੜਾ ਅਕਲ ਸੀ ਪਹਿਲਾਂ। ਉਹਨਾਂ ਲਈ ਅੱਗ ਬਹੁਤ ਡਰਾਉਣੀ ਅਤੇ ਬੇਕਾਬੂ ਜਿਹੀ ਚੀਜ਼ ਸੀ, ਕਿਉਂਕਿ ਅੱਗ ਵੀ ਲੱਗ ਜਾਂਦੀ ਹੈ ਨਾ ਬੇਟਾ ਰੁੱਖਾਂ ਤੇ। ਜਦ ਬਿਜਲੀ ਗਰਜਦੀ ਹੈ ਤਾਂ ਹੀ ਕਿਹਾ ਜਾਂਦਾ ਹੈ ਜਦ ਬਿਜਲੀ ਗਰਜੇ ਤਾਂ ਆਪਣੇ ਘਰਾਂ ਦੇ ਅੰਦਰ ਰਹੋ। ਤਾਂ ਜਦ ਬਿਜਲੀ ਗਰਜਦੀ ਸੀ, ਰੁੱਖਾਂ ਤੇ ਪੈਂਦੀ ਸੀ, ਤਾਂ ਜੰਗਲਾਂ ਵਿੱਚ ਅੱਗ ਲੱਗ ਜਾਂਦੀ ਸੀ ਜੋ ਬੇਕਾਬੂ ਹੋ ਜਾਂਦੀ ਸੀ, ਤੇ ਉਹਨਾਂ ਨੂੰ ਸਮਝ ਵੀ ਨਹੀਂ ਆਉਂਦਾ ਸੀ ਤੇ ਡਰ ਵੀ ਲੱਗਦਾ ਸੀ ਅੱਗ ਤੋਂ। ਇੱਕ ਦਿਨ ਪੱਥਰ ਦੇ ਔਜ਼ਾਰ ਬਣਾਉਂਦਿਆਂ ਪੱਥਰਾਂ ਦੀ ਰਗੜ ਨਾਲ ਅਚਾਨਕ ਅੱਗ ਦੀ ਚਿੰਗਾਰੀ ਨਿਕਲੀ। ਤੇ ਇੱਕ ਵਾਰ ਉਹ ਪੱਥਰ ਦੇ ਔਜ਼ਾਰ ਬਣਾ ਰਹੇ ਸੀ ਤੇ ਜਦ ਦੋ ਪੱਥਰ ਇਕੱਠੇ ਉਹਨਾਂ ਨੇ ਇੱਕ ਦੂਜੇ ਵਾਜੋਂ ਮਾਰੇ ਤਾਂ ਇੱਕ ਅੱਗ ਦੀ ਚਿੰਗਾਰੀ ਜੀ ਨਿਕਲੀ। ਮਨੁੱਖ ਦੇ ਮਨ ਅੰਦਰੋਂ ਇਹ ਸੋਚ ਉਭਰੀ ਕਿ ਇਸ ਚਿੰਗਾਰੀ ਨੂੰ ਆਪਣੀ ਮਨ ਮਰਜ਼ੀ ਨਾਲ ਵੀ ਵਰਤਿਆ ਜਾ ਸਕਦਾ ਹੈ। ਤੇ ਮਨੁੱਖ ਦੇ ਅੰਦਰੋਂ ਇਹ ਸੋਚ ਨਿਕਲੀ ਵੀ ਇਹ ਚਿੰਗਾਰੀ ਜੀ ਨਿਕਲੀ ਹੈ। ਉਂਝ ਤਾਂ ਅੱਗ ਤਦ ਲੱਗਦੀ ਹੈ ਜਦ ਬਿਜਲੀ ਗਿਰਦੀ ਹੈ, ਕੁਝ ਅਸਮਾਨੋਂ ਗਿਰਦਾ, ਕਿਉਂਕਿ ਬਿਜਲੀ ਦਾ ਵੀ ਪਤਾ ਨਹੀਂ ਸੀ। ਤੇ ਇਹ ਤਾਂ ਅਸੀਂ ਆਪ ਵੀ ਬਣਾ ਸਕਦੇ ਹਾਂ, ਲਾ ਸਕਦੇ ਹਾਂ, ਆਪਣੇ ਮਨ ਅਨੁਸਾਰ ਵਰਤੀ ਜਾ ਸਕਦੀ ਹੈ। ਇਸ ਤਰ੍ਹਾਂ ਅੱਗ ਦੀ ਖੋਜ ਹੋਈ ਜਦ ਦੋ ਪੱਥਰਾਂ ਨੂੰ ਆਪਸ ਵਿੱਚ ਮਾਰਿਆ ਗਿਆ। ਇਸ ਖੋਜ ਨੇ ਮਨੁੱਖ ਦੇ ਜੀਉਣ ਦੇ ਢੰਗ ਨੂੰ ਬਦਲ ਕੇ ਰੱਖ ਦਿੱਤਾ। ਤੇ ਅੱਗ ਜਦ ਪਤਾ ਲੱਗ ਗਿਆ ਕੀ ਹੁੰਦੀ ਹੈ, ਕਿਵੇਂ ਵਰਤਣੀ ਹੈ, ਤੇ ਮਨੁੱਖ ਦਾ ਜੀਵਨ ਬਦਲ ਗਿਆ। ਉਹ ਮਾਸ ਨੂੰ ਅੱਗ ਤੇ ਪਕਾ ਕੇ ਖਾਣ ਲੱਗਾ। ਹੁਣ ਜੋ ਵੀ ਉਹ ਸ਼ਿਕਾਰ ਕਰਦਾ ਸੀ ਉਹਨੂੰ ਪਕਾ ਕੇ ਖਾਣ ਲੱਗਾ। ਉਹ ਅੱਗ ਨਾਲ ਲੋੜ ਜੋਗਾ ਜੰਗਲ ਸਾਫ਼ ਕਰਨ ਲੱਗ ਪਿਆ ਤੇ ਉਸ ਸਾਫ਼ ਥਾਂ ਤੇ ਖੇਤੀ ਕਰਨ ਲੱਗ ਪਿਆ। ਫਿਰ ਉਸ ਤੋਂ ਬਾਅਦ ਅੱਗ ਦੇ ਇਸਤੇਮਾਲ ਨਾਲ ਉਹ ਥੋੜੇ ਥੋੜੇ ਹਿੱਸੇ ਜੰਗਲਾਂ ਦੇ ਸਾਫ਼ ਕਰਦਾ ਤੇ ਉੱਥੇ ਖੇਤੀ ਕਰਦਾ। ਅੱਗ ਤੋਂ ਬਾਅਦ ਉਸਨੇ ਪਹੀਏ ਦੀ ਖੋਜ ਕਰ ਲਈ। ਪਹੀਏ ਦੀ ਖੋਜ ਨਾਲ ਉਸ ਦੀ ਯਾਤਰਾ ਦੀ ਸ਼ੁਰੂਆਤ ਹੋਈ। ਅੱਗ ਦੀ ਖੋਜ ਤੋਂ ਬਾਅਦ ਪਹੀਏ ਦੀ ਖੋਜ ਹੋਈ ਤੇ ਫਿਰ ਉਹਦੀ ਯਾਤਰਾ ਸ਼ੁਰੂ ਹੋ ਗਈ, ਇੱਕ ਥਾਂ ਤੋਂ ਦੂਜੀ ਥਾਂ। ਮਨੁੱਖ ਹੌਲੀ ਹੌਲੀ ਆਪਣੀ ਸੋਚ ਨੂੰ ਵਿਕਸਿਤ ਕਰਦਾ ਗਿਆ। ਉਹਦੀ ਸੋਚ ਤਰੱਕੀ ਅੱਗੇ ਵਧਦੀ ਗਈ। ਪਹਿਲਾਂ ਉਹ ਸੰਕੇਤਾਂ ਜਾਂ ਇਸ਼ਾਰਿਆਂ ਰਾਹੀਂ ਆਪਣੀ ਗੱਲ ਕਹਿੰਦਾ ਹੁੰਦਾ ਸੀ। ਹੁਣ ਪਹਿਲਾਂ ਤਾਂ ਸ਼ਬਦ ਹੁੰਦੇ ਹੀ ਨਹੀਂ ਸੀ, ਕੋਈ ਭਾਸ਼ਾਵਾਂ ਵੀ ਨਹੀਂ ਹੁੰਦੀਆਂ ਸਨ, ਆਪਾਂ ਇਸ਼ਾਰਿਆਂ ਨਾਲ ਗੱਲਾਂ ਕਰਦੇ ਸੀ। ਫਿਰ ਉਹ ਹਰੇਕ ਸ਼ੈ ਨੂੰ ਨਾਂ ਦੇਣ ਲੱਗ ਪਿਆ। ਇਸ ਨਾਲ ਉਸ ਦੀ ਸਭ ਨਾਲੋਂ ਵੱਡੀ ਪ੍ਰਾਪਤੀ ਭਾਸ਼ਾ ਦੀ ਸ਼ੁਰੂਆਤ ਹੋਈ। ਤੇ ਪਹੀਏ ਦੀ ਖੋਜ ਤੋਂ ਬਾਅਦ ਉਹ ਇਸ਼ਾਰਿਆਂ ਨਾਲ ਗੱਲ ਕਰਨਾ ਰੁਕ ਗਿਆ ਥੋੜਾ ਜਿਹਾ, ਤੇ ਉਹਨੇ ਹਰੇਕ ਚੀਜ਼ ਨੂੰ ਇੱਕ ਨਾਂ ਦੇਣਾ ਸ਼ੁਰੂ ਕਰਤਾ, ਜਿਹਦੇ ਨਾਲ ਭਾਸ਼ਾ ਦੀ ਸ਼ੁਰੂਆਤ ਹੋ ਗਈ। ਪਹਿਲਾਂ ਪਹਿਲ ਮਨੁੱਖ ਲਈ ਤਕੜਾ ਹੋਣਾ ਜ਼ਰੂਰੀ ਹੁੰਦਾ ਸੀ।
फिर उसके मन अंदर सोना दिखण दी खाहिश पैदा हुई। पहला तो यह जरूरी हुंदा सी भी मनुख तकड़ा होए तां जो कोई जानवर जे ਉਹਦੇ ਤੇ ਹਮਲਾ ਕਰ ਦੇ ਤਾਂ ਉਹ ਆਪਣੇ ਆਪ ਨੂੰ ਬਚਾ ਸਕੇ। ਪਰ ਫਿਰ ਉਹਦੇ ਵਿੱਚ ਖੁਆਇਸ਼ ਆ ਗਈ ਦਿਲ ਦੇ ਵਿੱਚ ਵੀ ਹੁਣ ਮੈਂ ਸੋਹਣਾ ਵੀ ਦਿਸਣਾ ਹੈ। ਉਹ ਕੁਦਰਤੀ ਸ਼ੈਆਂ ਨੂੰ ਆਪਣੇ ਸਰੀਰ ਦਾ ਸ਼ਿੰਗਾਰ ਬਣਾਉਣ ਲੱਗਾ। ਸਦੀਆਂ ਤੱਕ ਉਹ ਘੋਗੇ ਸਿੱਪੀਆਂ ਤੋਂ ਲੈ ਕੇ ਹੱਡੀਆਂ ਤੱਕ ਨੂੰ ਆਪਣੇ ਸ਼ਿੰਗਾਰ ਲਈ ਵਰਤਦਾ ਰਿਹਾ। ਤੇ ਇਨਸਾਨ ਕੋਲ ਪਹਿਲਾਂ ਗਹਿਣੇ ਤਾਂ ਹੁੰਦੇ ਨਹੀਂ ਸੀ ਤੇ ਉਹਨਾਂ ਨੇ ਸਿੱਪੀਆਂ ਘੋਗੇ ਦੀ ਵਰਤੋਂ ਕਰਨੀ ਸ਼ੁਰੂ ਕਰਤੀ। ਹੋਰ ਨਹੀਂ ਤਾਂ ਹੱਡੀਆਂ ਇਸਤੇਮਾਲ ਕਰਨੀਆਂ ਸ਼ੁਰੂ ਕਰਤੀਆਂ ਗਹਿਣੇ ਬਣਾਉਣ ਲਈ। ਆ ਵੇਖੋ ਸੋਹਣਾ ਦਿਖਣ ਦੀ ਇਹ ਖਾਹਿਸ਼ ਉਸਨੂੰ ਸਦੀਆਂ ਬਾਅਦ ਸੋਨੇ ਚਾਂਦੀ ਤੇ ਗਹਿਣਿਆਂ ਤੱਕ ਲੈ ਆਈ। ਤਾਂ ਇਹੀ ਸੋਚ ਵੀ ਮੈਂ ਹੁਣ ਸੋਹਣਾ ਦਿਸਣਾ ਹੈ, ਵੱਖ ਦਿਸਣਾ ਹੈ ਸਾਰਿਆਂ ਤੋਂ, ਤਾਂ ਜੋ ਸਾਰੇ ਮੇਰੀ ਤਾਰੀਫ ਕਰਨ, ਅੱਗੇ ਜਾ ਕੇ ਇਹਨੂੰ ਸੋਨੇ ਚਾਂਦੀ ਤੱਕ ਲੈ ਆਈ। ਉਸ ਤੋਂ ਬਾਅਦ ਜੰਗਲ ਤੋਂ ਸਮਾਜ ਤੱਕ ਆਉਂਦਿਆਂ ਮਨੁੱਖ ਨੇ ਬੜਾ ਕੁਝ ਸਿਰਜਿਆ। ਮਨੁੱਖ ਨੇ ਬਹੁਤ ਕੁਝ ਸਿੱਖਿਆ ਇਸ ਆਪਣੀ ਯਾਤਰਾ ਵਿੱਚ, ਇਸ ਸਮੇਂ ਦੇ ਵਿੱਚ। ਹੌਲੀ ਹੌਲੀ ਉਸਨੇ ਕੱਪੜਾ ਬੁਣਨ ਦੀ ਸ਼ੁਰੂਆਤ ਕੀਤੀ। ਲੋਹੇ ਦੇ ਔਜ਼ਾਰ ਅਤੇ ਹਥਿਆਰ ਬਣਨ ਲੱਗੇ। ਫਿਰ ਲੋਹੇ ਦੇ ਔਜ਼ਾਰ ਵੀ ਬਣਨ ਲੱਗੇ, ਕੱਪੜੇ ਦੀ ਵਰਤੋਂ ਵੀ ਹੋਣ ਲੱਗ ਗਈ। ਲੱਕੜੀ ਨੂੰ ਤਰਾਸ਼ ਕੇ ਵੱਖ-ਵੱਖ ਚੀਜ਼ਾਂ ਬਣਾਈਆਂ ਜਾਣ ਲੱਗੀਆਂ ਤੇ ਲੱਕੜੀ ਦਾ ਇਸਤੇਮਾਲ ਹੋਣ ਲੱਗ ਗਿਆ। ਪਾਣੀ ਅਤੇ ਅਨਾਜ ਨੂੰ ਸੰਭਾਲਣ ਲਈ ਮਿੱਟੀ ਦੇ ਭਾਂਡੇ ਬਣਾਏ ਜਾਣ ਲੱਗੇ ਤੇ ਪਾਣੀ ਅਨਾਜ ਨੂੰ ਸਾਂਭ ਕੇ ਰੱਖਣ ਲਈ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਣ ਲੱਗੀ। ਸਦੀਆਂ ਤੋਂ ਮਨੁੱਖ ਨੰਗੇ ਪੈਰ ਨਾਲ ਸਫ਼ਰ ਕਰਦਾ ਰਿਹਾ। ਫਿਰ ਇਸਨੇ ਮੋਏ ਪਸ਼ੂਆਂ ਦੇ ਚੰਮ ਦੀਆਂ ਜੁੱਤੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਉਹ ਨੰਗੇ ਪੈਰ ਹੀ ਫਿਰਦਾ ਰਿਹਾ। ਫਿਰ ਜਦ ਸੱਟ ਲੱਗਣ ਲੱਗੀ ਉਹਨੇ ਸੋਚਿਆ ਵੀ ਇਹਦਾ ਤਾਂ ਕੋਈ ਹੱਲ ਕੱਢਣਾ ਪਏਗਾ। ਫਿਰ ਉਹਨੇ ਪਸ਼ੂਆਂ ਦੇ ਚੰਮ ਦੀਆਂ ਜੁੱਤੀਆਂ ਬਣਾਉਣੀਆਂ ਸ਼ੁਰੂ ਕਰਤੀਆਂ, ਜਿਹਦਾ ਮਤਲਬ ਹੈ ਮਰੇ ਹੋਏ ਜਾਨਵਰਾਂ ਦੀ ਚਮੜੀ ਦੀ ਵਰਤੋਂ ਕਰਕੇ ਜੁੱਤੀਆਂ ਬਣਨ ਲੱਗ ਪਈਆਂ। ਵਕਤ ਦੇ ਬੀਤਣ ਨਾਲ ਮਨੁੱਖ ਦੀ ਭਟਕਣ ਦਾ ਅੰਤ ਹੋਣ ਲੱਗਾ। ਹੁਣ ਜਿਵੇਂ ਜਿਵੇਂ ਵਕਤ ਅੱਗੇ ਵਧਦਾ ਗਿਆ ਉਵੇਂ ਉਵੇਂ ਉਹਨੇ ਇੱਧਰ ਉੱਧਰ ਭਟਕਣਾ ਖਤਮ ਕਰਤਾ। ਉਹ ਇੱਕ ਥਾਂ ਟਿਕ ਕੇ ਜਿਉਣ ਨੂੰ ਤਰਜੀਹ ਦੇਣ ਲੱਗਾ। ਗੁਫਾਵਾਂ ਅਤੇ ਦਰਖਤਾਂ ਦੀ ਥਾਂ ਉਹਨੇ ਘਾਹ ਫੂਸ ਤੇ ਡਾਰੇ ਝੌਂਪੜੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਉਹਨੇ ਘਾਹ ਫੂਸ ਦੇ ਘਰ ਬਣਾਉਣੇ ਸ਼ੁਰੂ ਕਰਤੇ। ਇਸ ਤੋਂ ਬਾਅਦ ਮਨੁੱਖ ਨੇ ਪਹਿਲਾਂ ਕੱਚੀਆਂ ਤੇ ਫਿਰ ਇਹਨਾਂ ਇੱਟਾਂ ਨੂੰ ਪਕਾ ਕੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਘਾਹ ਫੂਸ ਦੇ ਮਕਾਨ ਹੁਣ ਵੀ ਤੁਸੀਂ ਪਿੰਡਾਂ ਵਿੱਚ ਦੇਖੇ ਹੋਣੇ, ਤੇ ਫਿਰ ਉਸ ਤੋਂ ਬਾਅਦ ਇੱਟਾਂ ਦੇ ਮਕਾਨ। ਪਹਿਲਾਂ ਕੱਚੀਆਂ ਇੱਟਾਂ, ਫਿਰ ਉਸ ਤੋਂ ਬਾਅਦ ਇੱਟਾਂ ਵੀ ਪਕਾ ਕੇ ਉਹਨੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰਤੇ। ਦੇਖੋ ਕਿੰਨੀ ਤਰੱਕੀ ਕਰ ਗਿਆ। ਕਰੋੜਾਂ ਵਰਿਆਂ ਦੇ ਸਫ਼ਰ ਤੋਂ ਬਾਅਦ ਅੱਜ ਦਾ ਮਨੁੱਖ ਵਿਗਿਆਨਕ ਤਰੱਕੀ ਦੀਆਂ ਸਿਖਰਾਂ ਨੂੰ ਛੂ ਰਿਹਾ ਹੈ ਤੇ ਇਹਨਾਂ ਸਾਲਾਂ ਵਿੱਚ ਜੋ ਕੁਝ ਉਹਨੇ ਸਿੱਖਿਆ ਹੁਣ ਉਹ ਅੱਗੇ ਅੱਗੇ ਵਧਦਾ ਜਾ ਰਿਹਾ ਤੇ ਨਾਲ ਦੀ ਨਾਲ ਵਿਗਿਆਨ ਦੇ ਵਿੱਚ ਵੀ ਤਰੱਕੀ ਕਰ ਰਿਹਾ। ਅੱਜ ਕੱਲ ਤਾਂ ਅਸੀਂ ਉੱਤੇ ਰਾਕਟ ਭੇਜਦੇ ਹਾਂ ਹੋਰ ਗ੍ਰਹਿਆਂ ਦੀ ਪੜ੍ਹਾਈ ਕਰਨ ਲਈ। ਸਿੱਟਾ ਕੀ ਹੈ? ਮਨੁੱਖ ਦੇ ਵਿਕਾਸ ਦੀ ਕਹਾਣੀ ਪੜ੍ਹਨ ਤੋਂ ਬਾਅਦ ਅਸੀਂ ਇਸ ਸਿੱਟੇ ਉੱਤੇ ਪਹੁੰਚੇ ਹਾਂ ਕਿ ਮਨੁੱਖ ਨਾਂ ਦੀ ਜਾਤੀ ਨੇ ਕਰੋੜਾਂ ਵਰਿਆਂ ਦੇ ਮਿਹਨਤ ਭਰੇ ਸਫ਼ਰ ਤੋਂ ਬਾਅਦ ਅੱਜ ਵਾਲਾ ਮਨੁੱਖ ਪ੍ਰਾਪਤ ਕੀਤਾ ਹੈ। ਤਾਂ ਇੱਥੇ ਦੱਸਿਆ ਗਿਆ ਵੀ ਜੇ ਹੁਣ ਆਪਾਂ ਮਨੁੱਖਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਇੱਥੇ ਤੱਕ, ਅੱਜ ਤੱਕ ਪਹੁੰਚਣ ਲਈ। ਤੇ ਇਸ ਸਫ਼ਰ ਵਿੱਚ ਉਹਨਾਂ ਨੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਵੀ ਕੀਤਾ ਤੇ ਬਹੁਤ ਕੁਝ ਸਿੱਖਿਆ ਵੀ ਹੈ ਤੇ ਹੁਣ ਉਹ ਅੱਗੇ ਹੀ ਵਧਦੇ ਜਾ ਰਹੇ ਨੇ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਮਨੁੱਖਾਂ ਨੂੰ ਅੱਜ ਵਾਲੇ ਮਨੁੱਖ ਤੱਕ ਪਹੁੰਚਣ ਲਈ ਹਰ ਮਨੁੱਖ ਨੇ ਆਪਣਾ ਹਿੱਸਾ ਪਾਇਆ ਹੈ ਤੇ ਜਿੱਥੇ ਵੀ ਅੱਜ ਅਸੀਂ ਹੈਗੇ ਆ ਇਸ ਵਿੱਚ ਸਾਰੇ ਮਨੁੱਖਾਂ ਦਾ ਯੋਗਦਾਨ ਹੈਗਾ। ਸਾਰਿਆਂ ਨੇ ਮਦਦ ਕੀਤੀ ਹੈ। ਸੋ ਸਭ ਮਨੁੱਖ ਬਰਾਬਰ ਹਨ। ਕਿਸੇ ਨੇ ਇਹ ਨਹੀਂ ਕਿਹਾ ਸੀ ਵੀ ਸਿਰਫ ਉਸ ਮਨੁੱਖ ਨੇ ਮਦਦ ਕੀਤੀ ਸੀ। ਸਾਰੇ ਬਰਾਬਰ ਨੇ, ਸਾਰਿਆਂ ਨੇ ਵਧੀਆ ਯੋਗਦਾਨ ਦਿੱਤਾ। ਅੱਗੇ ਹੈ ਬੱਚਿਓ ਅਭਿਆਸ ਪਹਿਲਾ ਪ੍ਰਸ਼ਨੋਤਰੀ। ਪਹਿਲਾ ਪ੍ਰਸ਼ਨ ਹੈ ਆਰੰਭ ਦਾ ਮਨੁੱਖ ਡੈਸ਼ ਵਿੱਚ ਰਹਿੰਦਾ ਸੀ, ਗੁਫਾ ਜਾਂ ਝੋਪੜੀ? ਆਰੰਭ ਦਾ ਮਨੁੱਖ, ਸ਼ੁਰੂ ਦਾ ਮਨੁੱਖ ਗੁਫਾ ਵਿੱਚ ਰਹਿੰਦਾ ਸੀ। ਦੂਜਾ ਪ੍ਰਸ਼ਨ ਆਰੰਭ ਦਾ ਮਨੁੱਖ ਡੈਸ਼ ਪਹਿਨਦਾ ਸੀ, ਕੱਪੜੇ ਜਾਂ ਖਲ? ਉਹ ਪਾਉਂਦਾ ਸੀ
खल जानवरां दा मांस सुका के। खाली स्थान पर डैश दी खोज तो बाद मनुख मांस नूं पका के खाण लगा, अग या पानी। अग दी खोज तो बाद ਉਹ ਮਾंस ਨੂੰ ਪਕਾ ਕੇ ਖਾਣ ਲੱਗਾ। चौथा प्रश्न है मनुख घोगे सिपियां तो लैके हड्डियां तक नूं अपने शिंगार लई वरतदा रहा सी। ये ठीक है या गलत है? ये गल बिल्कुल ठीक है, सच हैगी है बच्चों। पंचवां प्रश्न खाली स्थान पर मनुख लोड़ जोगा डैश साफ करके उस साफ थां डैश करन लगा। मनुख लोड़ जोगा जंगल अग ला के साफ करता सी ना, अग दी खोज तो बाद उस साफ थां खेती करन लगा। दूजा अभ्यास विद्यार्थी मनुख दे विकास दे वख-वख पड़ावां दौरान कीतियां खोजां अते सिੱਟਿਆਂ ਨੂੰ याद करनगे। हुण आपां ये लिखना है भी आपां किहड़ियां-किहड़ियां खोजां कीतियां ते ओहदे की सिੱਟੇ निकले। सब तो पहला उन्हें कीती अग दी खोज। ते इस खोज करके उसने जंगल साफ करने शुरू करते ते नाल दी नाल खाना भी पका के शुरू करता खाना। एक तां पका के खाण लगा, दूजा अग नाल लोड़ जोगा जंगल साफ करन करके उस साफ थां ते खेती करन लग पिया। अग दी खोज तो बाद हुई पहिए दी खोज। पहिए दी खोज तो बाद मनुख एक थां तो दूजी थां जान लग पिया, जिहदा मतलब है उसदी यात्रा दी शुरुआत हुई। उस तो बाद तीजा भाषा दी शुरुआत उसने हर चीज नूं चिन्ह देना शुरू कर दिता। चौथा श्रृंगार लई या सोहना दिसन लई ਉਹ ਵਰਤਦਾ ਸੀ ਘੋਗੇ ਸਿੱਪੀਆਂ ਤੇ हड्डियां। पंजवां कपड़ा बुनना भी शुरू करता। छेवां लोहे दे औजार बनाने शुरू करते। औजार भी ते हथियार भी बनन लग गए। ते नाल दी नाल आपां लिख सकते हैं
मिट्टी दे भांडे बनाए जान लगे। क्यों? क्योंकि इस विच ओह पानी अते अनाज नू संभाल के रखदा। ते 8वां पैरां लई उसने पशुआं दे चम दियां जुत्तियां बनाउणा शुरू करता। ते अखीरला पहला तो उसने काफूस दे घर बनाए, पर उस तो बाद उसने काफूस दे घर तो बाद इट्टां दे घर बनाने शुरू करते। पहला कच्चियां इट्टां, ते फिर पका के इट्टां नू वरतना शुरू करता या फिर मकान बनाने मकान लई वरतों कीती। ठीक है बच्चों, ये हो गया आपां किद्दां किद्दां करके अगे वधे हां। ते ये सी बच्चों अज दी क्लास। मैं उम्मीद करदी हां तुहानू समझ आ गया होएगा। हुण आपां अगली क्लास च मिलांगे, तद तक तुसी अपना ध्यान रखियो ते जरूर पढ़ लियो। सत श्री अकाल।